ਹੈਲੋ ਦੋਸਤੋ, ਲਰਨ ਡੇਲੀ ਤੇ ਤੁਹਾਡਾ ਸਵਾਗਤ ਹੈ। ਤਾਂ ਅਗਰ ਤੁਸੀਂ ਪੰਜਾਬ ਲੈਵਲ ਜਾਂ ਫਿਰ ਸੈਂਟਰ ਲੈਵਲ ਦੇ ਕਿਸੇ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਲਰਨ ਡੇਲੀ ਦੇ ਨਾਲ ਜੁੜ ਸਕਦੇ ਹੋ। ਤਾਂ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਔਰ ਬੈਲ ਆਈਕਨ ਵਾਲੀ ਘੰਟੀ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਆਉਂਦੀ ਜਾਂਦੀ ਹੋਈ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਤਾਂ ਕਰਦੇ ਹਾਂ ਇਹਦੀ ਕਲਾਸ ਦੀ ਸ਼ੁਰੂਆਤ। The concept of judicial review in India has been adopted from the constitution of ਤਾਂ ਭਾਰਤ ਵਿੱਚ ਨਿਆਇਕ ਸਮੀਖਿਆ ਦੀ ਧਾਰਨਾ ਦਾ ਜਿਹੜਾ ਸੀ ਸੰਵਿਧਾਨ ਤੋਂ ਅਪਣਾਇਆ ਗਿਆ ਹੈ। ਭਾਰਤ ਵਿੱਚ ਜਿਹੜੇ ਭਾਰਤ ਦੇ ਸੰਵਿਧਾਨ ਦੇ ਵਿੱਚ ਨਿਆਇਕ ਸਮੀਖਿਆ ਦੀ ਧਾਰਨਾ ਹੈ ਉਸ ਨੂੰ ਕਿਹੜੇ ਹੋਰ ਦੇਸ਼ ਦੀ ਸੰਵਿਧਾਨ ਤੋਂ ਅਪਣਾਇਆ ਗਿਆ ਹੈ? UK ਤੋਂ, USA ਤੋਂ, USSR ਯਾਨੀ ਕਿ ਰਸ਼ੀਆ ਤੋਂ ਜਾਂ ਫਿਰ ਆਸਟ੍ਰੇਲੀਆ ਤੋਂ। ਤਾਂ ਇਸਦਾ ਜੋ ਆਪਣੇ ਕੋਲ ਕਰੈਕਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਹੈ ਜੀ USA ਤੋਂ। USA is the correct answer for this question। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ। The idea of the preamble has been borrowed in Indian constitution from the constitution of ਮਤਲਬ ਕਿ ਪ੍ਰਸਤਾਵਨਾ ਦਾ ਵਿਚਾਰ ਜਿਹੜਾ ਸੀਗਾ ਉਹ ਭਾਰਤੀ ਸੰਵਿਧਾਨ ਵਿੱਚ ਕਿਸ ਹੋਰ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਸੀ? ਇਟਲੀ ਤੋਂ, ਕੈਨੇਡਾ ਤੋਂ, ਫਰਾਂਸ ਤੋਂ ਜਾਂ ਫਿਰ USA ਤੋਂ। ਤਾਂ ਇਸਦਾ ਆਪਣੇ ਕੋਲ ਕਰੈਕਟ ਆਨਸਰ ਬਣ ਜਾਂਦਾ ਹੈ USA। ਤਾਂ ਇਸਦਾ ਵੀ ਆਪਣੇ ਕੋਲ ਕੀ ਆਨਸਰ ਬਣ ਜਾਂਦਾ ਜੀ? ਇਸਦਾ ਵੀ ਆਨਸਰ ਆਪਣੇ ਕੋਲ ਬਣ ਜਾਂਦਾ USA ਯਾਨੀ ਕਿ ਯੂਨਾਈਟਿਡ ਸਟੇਟ ਆਫ ਅਮਰੀਕਾ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ ਦੀ ਕੰਸੈਪਟ ਆਫ ਏ ਯੂਨੀਅਨ ਆਫ ਸਟੇਟਸ ਇਨ ਦੀ ਇੰਡੀਅਨ ਕੌਨਸਟੀਟਿਊਸ਼ਨ ਹੈਜ਼ ਬੀਨ ਡਰਾਈਵਡ ਫਰੋਮ ਤਾਂ ਭਾਰਤੀ ਸੰਵਿਧਾਨ ਵਿੱਚ ਰਾਜਾਂ ਦਾ ਸੰਘ ਦਾ ਸੰਕਲਪ ਲਿਆ ਗਿਆ ਹੈ ਤਾਂ ਕਿਸ ਤੋਂ ਲਿਆ ਗਿਆ ਹੈ? ਦੀ ਅਮੈਰੀਕਨ ਡੀਸਲਰੇਸ਼ਨ ਆਫ ਇੰਡੀਪੈਂਡੈਂਸ, ਦੀ ਆਸਟ੍ਰੇਲੀਅਨ ਕੌਨਸਟੀਟਿਊਸ਼ਨ, ਦੀ ਬ੍ਰਿਟਿਸ਼ ਨਾਰਥ ਅਮੈਰੀਕਨ ਐਕਟ ਜਾਂ ਫਿਰ ਸਵਿਸ ਕੌਨਸਟੀਟਿਊਸ਼ਨ। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਉਹ ਆਪਣੇ ਕੋਲ ਬਣ ਜਾਂਦਾ ਜੀ ਬ੍ਰਿਟਿਸ਼ ਨਾਰਥ ਅਮੈਰੀਕਨ ਐਕਟ। ਬ੍ਰਿਟਿਸ਼ ਨਾਰਥ ਅਮੈਰੀਕਨ ਐਕਟ ਜਿਹੜਾ ਸੀਗਾ ਇਸ ਤੋਂ ਆਪਣੇ ਕੋਲ ਕੀ ਸੀਗਾ? ਭਾਰਤ ਦੇ ਸੰਵਿਧਾਨ ਵਿੱਚ ਰਾਜਾਂ ਦਾ ਸੰਘ ਦਾ ਸੰਕਲਪ ਜਿਹੜਾ ਸੀਗਾ ਉਹ ਲਿਆ ਗਿਆ ਸੀਗਾ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ ਦੀ ਇੰਡੀਅਨ ਪਾਰਲੀਮੈਂਟਰੀ ਸਿਸਟਮ is different from the British parliamentary system in that India has ਤਾਂ ਭਾਰਤੀ ਪਾਰਲੀਮੈਂਟਰੀ ਸਿਸਟਮ ਜਿਹੜਾ ਹੈਗਾ ਉਹ ਭਾਰਤ ਵਿੱਚ ਬ੍ਰਿਟਿਸ਼ ਸੰਸਦੀ ਪ੍ਰਣਾਲੀ ਨਾਲੋਂ ਵੱਖਰਾ ਹੈ। ਤਾਂ ਕਿਸ ਤਰੀਕੇ ਦਾ ਹੈ ਉਹ ਦੱਸਣਾ ਆਪਾਂ। ਜਿਹੜਾ ਭਾਰਤ ਦੇ ਵਿੱਚ ਜਿਹੜਾ ਬ੍ਰਿਟਿਸ਼ ਸੰਸਦੀ ਪ੍ਰਣਾਲੀ ਹੈ ਜਿਹੜੀ ਉਹ ਕਿਸ ਤਰੀਕੇ ਦੀ ਹੈ? ਬੋਥ ਆਰ ਰੀਅਲ ਐਂਡ ਨਾਰਮਲੀ ਐਕਸੀਕਿਊਟਿਵ, ਅ ਸਿਸਟਮ ਆਫ ਕੋਲੈਕਟਿਵ ਰਿਸਪੋਂਸੀਬਿਲਿਟੀਜ਼, ਬਾਈ ਕੈਮਰਲ ਲੈਜਿਸਲੇਟਿਵ ਜਾਂ ਫਿਰ ਸਿਸਟਮ ਆਫ ਜੁਡੀਸ਼ੀਅਲ ਰਿਵਿਊ। ਤਾਂ ਇਸਦਾ ਆਪਣੇ ਕੋਲ ਜੋ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਹੈ ਜੀ ਦ ਸਿਸਟਮ ਆਫ ਜੁਡੀਸ਼ੀਅਲ ਰਿਵਿਊ। ਦੀ ਸਿਸਟਮ ਆਫ ਜੁਡੀਸ਼ੀਅਲ ਰਿਵਿਊ। ਅਤੇ ਜੁਡੀਸ਼ੀਅਲ ਰਿਵਿਊ ਜਿਹੜਾ ਹੈਗਾ ਇਹ ਆਪਾਂ ਕਿੱਥੋਂ ਲਿਆ? ਇੰਡੀਆ ਦੇ ਕੌਨਸਟੀਟਿਊਸ਼ਨ ਦੇ ਵਿੱਚ ਐਂਟਰ ਕੀਤਾ, ਆਪਾਂ ਐਡ ਕੀਤਾ। ਕਿੱਥੋਂ ਲੈ ਕੇ ਐਡ ਕੀਤਾ? ਅਤੇ ਇਹ ਆਪਾਂ ਕਿੱਥੋਂ ਲੈ ਕੇ ਕੀਤਾ? USA ਤੋਂ। USA ਤੋਂ। ਤਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਦੀ ਕੰਸੈਪਟ ਆਫ ਫੰਡਾਮੈਂਟਲ ਡਿਊਟੀਜ਼ ਹੈਜ਼ ਬੀਨ ਟੇਕਨ ਫਰੋਮ ਡੈਸ਼ ਤੋਂ ਬੁਨਿਆਦੀ ਕਰਤੱਵਾਂ ਦਾ ਸੰਕਲਪ ਲਿਆ ਗਿਆ ਹੈ। ਤਾਂ ਇੰਡੀਆ ਨੇ ਕਿਹੜੇ ਹੋਰ ਦੇਸ਼ ਤੋਂ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਸੀਗੀਆਂ ਉਹ ਅਪਣਾਈਆਂ ਸੀ? ਅਮੈਰੀਕਨ ਕੌਨਸਟੀਟਿਊਸ਼ਨ ਤੋਂ, ਬ੍ਰਿਟਿਸ਼ ਕੌਨਸਟੀਟਿਊਸ਼ਨ ਤੋਂ, ਰਸ਼ੀਅਨ ਕੌਨਸਟੀਟਿਊਸ਼ਨ ਤੋਂ ਜਾਂ ਫਿਰ ਫਰੈਂਚ ਕੌਨਸਟੀਟਿਊਸ਼ਨ ਤੋਂ। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਜੀ ਉਹ ਆਪਣੇ ਕੋਲ ਬਣ ਜਾਏਗਾ ਰਸ਼ੀਅਨ ਕੌਨਸਟੀਟਿਊਸ਼ਨ ਤੋਂ। ਦਿਸ ਇਜ਼ ਦੀ ਰਾਈਟ ਆਨਸਰ ਫॉर ਦਿਸ ਕੁਐਸਚਨ ਕਿ ਰਸ਼ੀਅਨ ਕੌਨਸਟੀਟਿਊਸ਼ਨ ਤੋਂ ਜਿਹੜਾ ਸੀਗਾ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਸੀਗੀਆਂ ਉਹ ਅਪਣਾਈਆਂ ਗਿਆ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ ਦੀ ਕੰਸੈਪਟ ਆਫ ਫੰਡਾਮੈਂਟਲ ਰਾਈਟਸ ਹੈਜ਼ ਇਨਕੋਰਪੋਰੇਟਡ ਇਨ ਦੀ ਇੰਡੀਅਨ ਕੌਨਸਟੀਟਿਊਸ਼ਨ ਹੈਜ਼ ਬੀਨ ਅਡਾਪਟਡ ਫਰੋਮ ਤਾਂ ਮੌਲਿਕ ਅਧਿਕਾਰਾਂ ਦਾ ਸੰਕਲਪ ਜਿਹੜਾ ਸੀ ਜਿਵੇਂ ਕਿ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ ਤਾਂ ਉਹ ਅਪਣਾਇਆ ਗਿਆ ਹੈ। ਜਿਹੜਾ ਕਿ ਮਤਲਬ ਕਿ ਮੌਲਿਕ ਅਧਿਕਾਰ ਜਿਹੜੇ ਕਿ ਫੰਡਾਮੈਂਟਲ ਰਾਈਟਸ ਨੇ ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਐਡ ਕੀਤੇ ਗਏ ਨੇ, ਠੀਕ ਹੈ। ਤਾਂ ਉਹ ਕਿਹੜੇ ਦੇਸ਼ ਤੋਂ ਲਏ ਗਏ ਹਨ? ਫਰਾਂਸ ਤੋਂ, ਬ੍ਰਿਟੇਨ ਤੋਂ, USA ਤੋਂ ਜਾਂ ਫਿਰ ਰਸ਼ੀਆ ਤੋਂ। ਤਾਂ ਇਸਦਾ ਵੀ ਆਪਣੇ ਕੋਲ ਕਿਹੜਾ ਆਨਸਰ ਬਣ ਜਾਂਦਾ ਹੈ ਜੀ? ਇਸਦਾ ਆਨਸਰ ਆਪਣੇ ਕੋਲ ਆ ਜਾਏਗਾ USA ਯਾਨੀ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ। ਤਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਦੀ 84th ਅਮੈਂਡਮੈਂਟ ਐਕਟ ਹੈਜ਼ risen to total number of existing seats in the Lok Sabha on the basis of 1971 census. They shall remain unaltered till the first census been we take after the year। ਤਾਂ 84ਵੀਂ ਸੋਧ ਐਕਟ
ਨੇ 1971 ਦੀ ਮਰਦਮਸ਼ੁਮਾਰੀ ਦੇ ਆਧਾਰ 'ਤੇ ਲੋਕ ਸਭਾ ਦੀਆਂ ਜਿਹੜੀਆਂ ਮੌਜੂਦਾ ਸੀਟਾਂ ਦੀ ਕੁੱਲ ਗਿਣਤੀ ਨੂੰ ਟਰੀਸ ਕਰ ਦਿੱਤਾ ਗਿਆ ਸੀ ਅਤੇ ਸਾਲ ਦੇ ਬਾਅਦ ਕੀਤੀ ਜਾਣ ਵਾਲੀ ਪਹਿਲੀ ਜਨਗਣਨਾ ਤੱਕ ਉਹ ਬਦਲੇ ਨਹੀਂ ਰਹਿਣਗੇ। ਤਾਂ ਉਹ ਕਿਹੜੇ ਸਾਲ ਤੱਕ ਕੀਤਾ ਗਿਆ ਹੈ, ਮਤਲਬ ਕਿ ਬਦਲੇ ਨਹੀਂ ਰਹਿਣਗੇ, ਬਦਲੇ ਨਹੀਂ ਜਾਣਗੇ ਜਾਂ ਬਦਲੇ ਨਹੀਂ ਰਹਿਣਗੇ, ਜਦੋਂ ਤੱਕ ਵੀ ਉਸ ਸੋਧ ਨੂੰ ਅਪਣਾਇਆ ਗਿਆ ਹੈ ਤਾਂ ਉਸਨੂੰ ਕਿਹੜੇ ਸਾਲ ਤੱਕ ਇਹ ਚੀਜ਼ ਕੀਤੀ ਗਈ ਹੈ ਕਿ ਉਸਨੂੰ ਬਦਲੇ ਨਹੀਂ ਜਾਣਗੇ। ਅਤੇ ਇਸਦਾ ਜੋ ਆਪਣੇ ਕੋਲ ਆਨਸਰ ਬਣ ਜਾਂਦਾ ਇਹ ਬਣ ਜਾਂਦਾ ਆਪਣੇ ਕੋਲ 2026 ਤੱਕ ਜਿਹੜਾ ਇਹ ਬਣਾਇਆ ਗਿਆ, ਜੋ ਵੀ ਚੇਂਜਿੰਗ ਕੀਤੀ ਗਈ ਹੈ 2026 ਤੱਕ ਇਸੇ ਤਰੀਕੇ ਨਾਲ ਰਹੇਗੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਸਟਰੈਂਥ ਆਫ ਦੀ ਲੋਕ ਸਭਾ ਵਾਜ਼ ਇਨਕਰੀਜ਼ਡ ਫਰੋਮ 525 ਟੂ 545 ਥਰੂ ਵਿਚ ਅਮੈਂਡਮੈਂਟ। ਤਾਂ ਕਿਸ ਸੋਧ ਰਾਹੀਂ ਲੋਕ ਸਭਾ ਦੀ ਤਾਕਤ ਜਿਹੜੀ ਸੀ 525 ਤੋਂ ਵਧਾ ਕੇ 545 ਕਰ ਦਿੱਤੀ ਗਈ। ਤਾਕਤ ਦਾ ਮਤਲਬ ਪਹਿਲਾਂ ਜਿਹੜੀਆਂ ਸੀਗੀਆਂ ਲੋਕ ਸਭਾ ਦੇ ਵਿੱਚ 525 ਸੀਟਾਂ ਸੀ ਤਾਂ ਉਹਨਾਂ ਨੂੰ ਵਧਾ ਕੇ ਹੁਣ 545 ਸੀਟਾਂ ਕਰ ਦਿੱਤੀਆਂ ਗਈਆਂ। ਤਾਂ ਉਹ ਕਿਹੜੀ ਅਮੈਂਡਮੈਂਟ ਦੇ ਤਹਿਤ ਕੀਤੀਆਂ ਗਈਆਂ ਸੀ, 31 ਨੰਬਰ, 35, 42 ਜਾਂ ਫਿਰ 45। ਤਾਂ ਇਸਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਏਗਾ ਉਹ ਆਪਣੇ ਕੋਲ ਬਣ ਜਾਂਦਾ 31 ਨੰਬਰ ਅਮੈਂਡਮੈਂਟ ਦੇ ਅੰਦਰ ਲੋਕ ਸਭਾ ਦੀਆਂ ਸੀਟਾਂ 525 ਤੋਂ ਵਧਾ ਕੇ 545 ਕਰ ਦਿੱਤੀਆਂ ਗਈਆਂ ਸੀ। ਤਾਂ ਇਸੇ ਤਰ੍ਹਾਂ ਆਪਣੇ ਕੋਲ ਨੈਕਸਟ ਕੁਐਸਚਨ ਹੈ, ਅਕੋਰਡਿੰਗ ਟੂ ਦੀ ਆਰਟੀਕਲ ਨੰਬਰ 82 ਆਫ ਦੀ ਕੌਨਸਟੀਟਿਊਸ਼ਨ ਆਫ ਇੰਡੀਆ ਦੀ ਐਲੋਗੇਸ਼ਨ ਆਫ ਸੀਟਸ ਇਨ ਲੋਕ ਸਭਾ ਟੂ ਦੀ ਸਟੇਟਸ ਇਜ਼ ਔਨ ਦੀ ਬੇਸਿਸ ਆਫ ਦੀ ਡੈਸ਼ ਸੈਂਸਸ। ਤਾਂ ਭਾਰਤ ਦੇ ਸੰਵਿਧਾਨ ਦੇ ਅਨੁਛੇਦ ਨੰਬਰ 82 ਦੇ ਅਨੁਸਾਰ ਰਾਜਾਂ ਨੂੰ ਲੋਕ ਸਭਾ ਦੀਆਂ ਸੀਟਾਂ ਦੀ ਵੰਡ ਡੈਸ਼ ਮਰਦਮਸ਼ੁਮਾਰੀ ਦੇ ਆਧਾਰ 'ਤੇ ਹੁੰਦੀ ਹੈ। ਜਿਹੜੀ ਵੀ ਕੀ ਹੈਗੀ ਆ ਰਾਜਾਂ ਦੇ ਵਿੱਚ ਜਿਹੜੀ ਆਪਣੇ ਕੋਲ ਸੀਟਾਂ ਦੀ ਵੰਡ ਕੀਤੀ ਜਾਂਦੀ ਆ ਉਹ ਕਿੰਨੀ, ਮਤਲਬ ਕਿ ਕਿਹੜੇ ਦੇਸ਼ ਜਿਹੜੀ ਸੀ ਕਦੋਂ ਮਰਦਮਸ਼ੁਮਾਰੀ ਦੇ ਆਧਾਰ 'ਤੇ ਹੁੰਦੀ ਹੈ, ਜਿਹੜੀ ਕੀਤੀ ਗਈ ਸੀ ਉਸ ਸਮੇਂ 'ਤੇ ਕੀਤੀ ਗਈ ਸੀ ਵੀ ਮਰਦਮਸ਼ੁਮਾਰੀ ਦੇ ਆਧਾਰ 'ਤੇ ਹੋਊਗੀ, ਤਾਂ ਉਹ ਕਿਹੜੇ ਸਾਲ ਤੋਂ ਜਿਹੜੀ ਸੀ ਸ਼ੁਰੂ ਕੀਤੀ ਗਈ ਸੀ। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਆ ਜਾਏਗਾ ਜੀ 1971। 1971 ਇਜ਼ ਦੀ ਰਾਈਟ ਆਨਸਰ। ਤਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ, ਦੀ ਲੋਕ ਸਭਾ ਸੈਕਟਰੀਏਟ ਕਮਸ ਅੰਡਰ ਦੀ ਡਾਇਰੈਕਟ ਕੰਟਰੋਲ ਆਫ। ਤਾਂ ਲੋਕ ਸਭਾ ਸਕੱਤਰੇਟ ਦੇ ਸਿੱਧੇ ਕੰਟਰੋਲ ਹੇਠ ਆਉਂਦੇ ਹਨ ਯੂਨੀਅਨ ਹੋਮ ਮਿਨਿਸਟਰੀ, ਮਿਨਿਸਟਰੀ ਆਫ ਪਾਰਲੀਮੈਂਟਰੀ ਅਫੇਅਰਸ, ਪ੍ਰਾਈਮ ਮਿਨਿਸਟਰ, ਸਪੀਕਰ ਆਫ ਲੋਕ ਸਭਾ। ਅਤੇ ਇਸਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਉਹ ਆਪਣੇ ਕੋਲ ਬਣ ਜਾਏਗਾ ਜੀ ਸਪੀਕਰ ਆਫ ਲੋਕ ਸਭਾ। ਸਪੀਕਰ ਆਫ ਲੋਕ ਸਭਾ, ਸਪੀਕਰ ਆਫ ਜਿਹੜਾ ਲੋਕ ਸਭਾ ਜਿਹੜਾ ਸਪੀਕਰ ਹੁੰਦਾ ਆਪਣੇ ਕੋਲ ਲੋਕ ਸਭਾ ਦਾ ਕਿਹੜੇ ਨੰਬਰ ਆਰਟੀਕਲ ਦੇ ਵਿੱਚ ਆਉਂਦਾ, ਇਹ ਆਪਣੇ ਕੋਲ 93 ਨੰਬਰ ਆਰਟੀਕਲ ਦੇ ਵਿੱਚ ਆਉਂਦਾ। ਤਾਂ ਅਗਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ ਦਬਾ ਲੈਣਾ ਤਾਂ ਕਿ ਆਉਂਦੀ ਜਾਂਦੀ ਹੋਈ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ, ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਪ੍ਰੋਵੀਜ਼ਨ ਫੋਰ representations of Anglo-Indian community in the legislative assemblies of the states has been made in Constitution of India under। ਤਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚੋਂ ਐਂਗਲੋ ਇੰਡੀਅਨ ਭਾਈਚਾਰੇ ਦੀ ਨੁਮਾਇੰਦਗੀ ਦਾ ਪ੍ਰਬੰਧ ਭਾਰਤ ਦੇ ਸੰਵਿਧਾਨ ਹੇਠ ਲਿਖੇ ਅਨੁਸਾਰ ਕੀਤਾ ਗਿਆ ਹੈ। ਤਾਂ ਜਿਹੜਾ ਇਹ ਐਂਗਲੋ ਇੰਡੀਅਨਸ ਦਾ ਭਾਈਚਾਰਾ ਹੈਗਾ ਇਸ ਦੀ ਨੁਮਾਇੰਦਗੀ ਦਾ ਜਿਹੜਾ ਕੀ ਹੈਗਾ ਪ੍ਰਬੰਧ ਹੈਗਾ ਭਾਰਤ ਦੇ ਆਪਣੇ ਆਰਟੀਕਲ ਦੇ ਆਪਣੇ ਸੰਵਿਧਾਨ ਦੇ ਵਿੱਚ, ਠੀਕ ਹੈ। ਤਾਂ ਉਹ ਕਿਹੜੇ ਆਰਟੀਕਲ ਦੇ ਅੰਦਰ ਦਿੱਤਾ ਗਿਆ ਹੈ, ਆਰਟੀਕਲ ਨੰਬਰ 330 ਦੇ ਅੰਦਰ, 331 ਦੇ ਅੰਦਰ, 332 ਦੇ ਅੰਦਰ ਜਾਂ ਫਿਰ 334 ਦੇ ਅੰਦਰ। ਅਤੇ ਇਸ ਦਾ ਆਪਣੇ ਕੋਲ ਜੋ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਆਰਟੀਕਲ ਨੰਬਰ 131 ਦੇ ਵਿੱਚ ਆਪਣੇ ਕੋਲ ਐਂਗਲੋ ਇੰਡੀਅਨਸ ਬਾਰੇ ਗੱਲ ਕੀਤੀ ਗਈ ਹੈ। ਤਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ, ਬਿਫੋਰ ਕੰਪਲੀਟਿੰਗ ਟਰਮ ਲੋਕ ਸਭਾ ਕੈਨ ਬੀ ਡਿਜ਼ੋਲਵਡ। ਤਾਂ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਲੋਕ ਸਭਾ ਨੂੰ ਭੰਗ ਕੀਤਾ ਜਾ ਸਕਦਾ ਹੈ ਬਾਏ ਦੀ ਡਿਸਕ੍ਰਿਸ਼ਨ ਆਫ ਪ੍ਰੈਜ਼ੀਡੈਂਟ, ਬਾਏ ਦੀ ਡਿਸਕਸ਼ਨ ਆਫ ਪ੍ਰਾਈਮ ਮਿਨਿਸਟਰ ਐਂਡ ਬਾਏ ਦੀ ਡਿਸਕਸ਼ਨ ਆਫ ਸਪੀਕਰ ਆਫ ਲੋਕ ਸਭਾ ਜਾਂ ਫਿਰ ਬਾਏ ਦੀ ਪ੍ਰੈਜ਼ੀਡੈਂਟ ਔਨ ਦੀ ਰਿਕਮੈਂਡੇਸ਼ਨ ਆਫ ਪ੍ਰਾਈਮ ਮਿਨਿਸਟਰ। ਤਾਂ ਇਸਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਏਗਾ ਉਹ ਬਣ ਜਾਏਗਾ ਜੀ ਬਾਏ ਦੀ ਪ੍ਰੈਜ਼ੀਡੈਂਟ ਔਨ ਦੀ ਰਿਕਮੈਂਡੇਸ਼ਨਸ ਆਫ ਪ੍ਰਾਈਮ ਮਿਨਿਸਟਰ। ਤਾਂ ਇਸਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਏਗਾ ਉਹ ਆਪਣੇ ਕੋਲ ਇਹ ਬਣ ਜਾਏਗਾ ਆਪਸ਼ਨ ਨੰਬਰ ਡੀ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਕੋਰਮ ਆਫ ਲੋਕ ਸਭਾ ਐਂਡ ਰਾਜ ਸਭਾ ਇਜ਼। ਤਾਂ ਲੋਕ ਸਭਾ ਅਤੇ ਰਾਜ ਸਭਾ ਦਾ ਕੋਰਮ ਕੀ ਹੈ,
मतलब कि अगर कोई भी उन्होंने सभा बिठाई है, ठीक है, लोक सभा या राज्य सभा, तो कोई भी उन्होंने अपनी मीटिंग बिठाई हुई है तो मीटिंग ਦੇ ਵਿੱਚ ਕਿੰਨੇ ਮੈਂਬਰ ਨੇ ਜਿਹੜੇ ਉਹ ਪ੍ਰੈਜ਼ੈਂਟ ਹੋਣੇ ਜ਼ਰੂਰੀ ਹੁੰਦੇ ਹਨ ਤਾਂ ਉਸ ਮੀਟਿੰਗ ਨੂੰ ਅੱਗੇ ਵਧਾਇਆ ਜਾ ਸਕਦਾ ਹੈ। 1/5 ਆਫ ਟੋਟਲ ਮੈਂਬਰਸ, 1/6 ਆਫ ਟੋਟਲ ਮੈਂਬਰ, 1/10 ਆਫ ਟੋਟਲ ਮੈਂਬਰ ਜਾਂ ਫਿਰ 1/8 ਆਫ ਟੋਟਲ ਮੈਂਬਰ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਉਹ ਬਣ ਜਾਂਦਾ ਆਪਸ਼ਨ ਸੀ 1/10। मतलब कि अगर 100 ਮੈਂਬਰ ਨੇ ਪੂਰੀ ਆਪਣੇ ਸਭਾ ਦੇ ਵਿੱਚ, ਠੀਕ ਹੈ, ਤਾਂ ਟੋਟਲ ਨੇ, ਠੀਕ ਹੈ 100, ਤਾਂ ਉਹਨਾਂ ਦਾ 1/10 मतलब कि 10 ਮੈਂਬਰ ਉੱਥੇ ਹੋਣੇ ਜ਼ਰੂਰੀ ਹਨ ਅਗਰ ਕੋਈ ਵੀ ਮੀਟਿੰਗ ਕਰਨੀ ਹੈ ਤਾਂ। तो नैक्सट क्वेश्चन है अपने को, आफ्टर उत्तर प्रदेश द हाईएस्ट नंबर ऑफ लोक सभा सीट्स हैव बीन अलॉटड टू। तो उत्तर प्रदेश तो बाद सब तो वध लोक सभा ਦੀਆਂ सीटां अलॉट ਹੁੰਦੀਆਂ ਹਨ किस ਨੂੰ? आंध्र प्रदेश ਨੂੰ, बिहार ਨੂੰ, महाराष्ट्र ਨੂੰ ਜਾਂ ਫਿਰ ਵੈਸਟ ਬੰਗਾਲ ਨੂੰ। ਤਾਂ उत्तर प्रदेश ਤੋਂ ਜਿਹੜੀਆਂ ਬਾਅਦ, उत्तर प्रदेश ਤੋਂ ਬਾਅਦ ਸਭ ਤੋਂ ਵੱਧ ਜਿਹੜੀਆਂ ਸੀਟਾਂ ਹੁੰਦੀਆਂ ਨੇ ਲੋਕ ਸਭਾ ਦੀਆਂ ਉਹ ਹੁੰਦੀਆਂ ਨੇ ਜੀ ਆਪਣੇ ਕੋਲੇ ਮਹਾਰਾਸ਼ਟਰ ਨੂੰ ਅਲਾਟ ਹੁੰਦੀਆਂ ਹਨ। ਤਾਂ ਇਸ ਕੁਐਸਚਨ ਦਾ ਕੀ ਹੈ ਜੀ ਰਾਈਟ ਆਨਸਰ ਆਪਣੇ ਕੋਲ ਕੀ ਆ ਗਿਆ? ਮਹਾਰਾਸ਼ਟਰ ਆ ਗਿਆ। तो इस तरह अपने को नैक्सट क्वेश्चन है, विच अमंग द फॉलोइंग ग्रुप ऑफ स्टेट्स या फिर यूनियन टेरेटरीज हैज़ ओनली ऑन सीट इन लोक सभा। तो राज्यों या फिर केंद्र शासित प्रदेशों के हेठले समूह विचों किस दी सभा जी किस दी लोक सभा में सिर्फ एक सीट है? गोवा, मेघालय, नागालैंड या फिर मणिपुर, दादरा नगर हवेली या फिर पंडुचेरी या फिर अरुणाचल प्रदेश, सिक्किम या फिर लक्षद्वीप या फिर चंडीगढ़, सिक्किम, मिजोरम। तो इसका जो अपने को राइट आंसर बन जाएगा जी वो अपने को बन जाता है चंडीगढ़, सिक्किम और मिजोरम जोड़े ने ये 3 राज ने जिन्हों के सिर्फ एक लोक सभा की सीट है, सिर्फ एक लोक सभा की सीट है जिन्हों के। तो चलते हैं नैक्सट क्वेश्चन पे। अ सीट ऑफ MP कैन बी डिक्लेयर्ड वैसेंट ऑफ इन दी एबसेंट हिमसेल्फ फ्रॉम द हाउस ऑफ द कंटिन्यूस पीरियड ऑफ। तो एक सीट MP खाली घोषित कर सकता है, एक सीट MP खाली घोषित कर सकता है जेकर वो अपने आप को लगातार समय लई घर तो गैर हाजिर रखता है। मतलब कि अगर कोई भी MP है तो वह जी है सभा के जाना जरूरी होंगे, बट अगर बिना दसे बिना वो 2 महीने तक वो किसी मतलब कि रहिंदा है, ठीक है, बिना 2 महीने तक गैर हाजिर रहिंदा बिना किसी को दसे हुए, तो उसनों की किया जाता 2 महीने बाद उसकी सीट तो उन्होंने हटाया जा सकता है। तो इसका अपने को जो राइट आंसर बन जाएगा वो अपने को बन जाता है जी 2 मंथ। तो 2 मंथ तक बिना किसी ने दसे हुए वो कितने भी मतलब कि गैर हाजिर रह सकता, बट उस तो बाद अगर वध रहिंदा है किसी को भी दसे बिना तो उसनों की कर दिता जाएगा, उसनों हटा के तो उसकी जगह खाली कर दी जाएगी ਜਾਂ किसी होर MP ਨੂੰ ਲਿਆਂਦਾ जाएगा। तो नैक्सट क्वेश्चन है अपने को, द स्पीकर ऑफ लोक सभा एड्रेसिस हिज लैटर ऑफ रेजिग्नेशन टू दी। तो लोक सभा के स्पीकर ने अपने इस्तीफे की चिट्ठी नूं संबोधित करता है। जो लोक सभा का स्पीकर होंदा है जोड़ा अपना इस्तीफा दिंदा है, ठीक है, तो वह इस्तीफा जोड़ा होंदा है वह किहनूं दिंदा है? प्राइम मिनिस्टर ऑफ इंडिया नूं, प्रेजिडेंट ऑफ इंडिया नूं, डिप्टी स्पीकर ऑफ लोक सभा नूं या फिर वाइस प्रेजिडेंट ऑफ इंडिया नूं। तो इसका जो अपने को राइट आंसर बन जाता है वो अपने को बन जाता है जी डिप्टी स्पीकर ऑफ लोक सभा। तो जोड़ा लोक सभा का स्पीकर होंदा है वो आपका इस्तीफा किहनूं देऊगा? डिप्टी स्पीकर ऑफ लोक सभा नूं देऊगा। तो नैक्सट क्वेश्चन पर चलते हैं कि विच वन ऑफ द फॉलोइंग आर्टिकल्स ऑफ द कॉन्स्टिट्यूशन प्रोवाइड्स दैट द स्पीकर शैल हैव एंड एक्सरसाइज कास्टिंग वोट इन द केस ऑफ एन इक्वलिटी ऑफ वोट्स। तो संविधान की हेठ लिखियां धारावां विचों किहड़ी एक ये व्यवस्था करती है कि वोटां की बराबरी की स्थिति में स्पीकर कोल कास्टिंग वोट होवेगा अते उस दी वरतों करेगा। मतलब कि अगर मान लो 500 बंदे की पूरी की हैगी एक सभा है तो वो की होया जो किसी कोई बिल भेजा गया उन्होंने तो 250 बंदे ने की किया, 250 बंदे ने यस करती वो और 250 बंदे ने करती नो। तो की हो गया मैच जो मतलब कि जिहड़ियां वोटां हो गई वो इक्वल हो गई, मतलब कि उधर भी होनी उधर 50-50 हो गई। तो इस समय पर जो यहो जी सिचुएशन आती है तो की होंदा लोक सभा का जो स्पीकर होंदा वो आपदी वोट पाउंदा है, तो जिहड़ी साइड भी आपदी वोट पाउंदा है फिर वही होंदा जां तां बिल पास हो जाऊगा या नहीं होऊगा, ठीक है। तो वो एक साइड पाउंदा तो उस नूं आपां की कहने कास्टिंग वोट। तो इत्थे पूछा गया कि वो कास्टिंग वोट जी होंदी है वो किहड़े आर्टिकल के अंदर आती है। तो इसका जो अपने को राइट आंसर बन जाएगा वो अपने को बन जाता जी आर्टिकल नंबर 100, 100 नंबर आर्टिकल के आती है अपने को कास्टिंग वोट। तो इस तरह नैक्सट क्वेश्चन पर चलते हैं, एट विच ऑफ द फॉलोइंग स्टेजेस जर्नल डिस्कशन ऑन अ बिल टेक्स प्लेस इन दी लोक सभा। तो लोक सभा में किसी बिल ते आम चर्चा हेठले पड़ावां विचों किस ते हुंदी है? ड्यूरिंग इंट्रोडक्शन ऑफ द बिल, ड्यूरिंग सैकेंड रीडिंग, ड्यूरिंग रिपीट स्टेज, रिपोर्ट स्टेज या फिर ड्यूरिंग थर्ड रीडिंग। तो इसका जो अपने को राइट आंसर बन जाता है वो बन जाता है जी अपने को ड्यूरिंग सैकेंड रीडिंग, ड्यूरिंग सैकेंड रीडिंग।
ਤਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਸਪੀਕਰ ਆਫ ਦੀ ਲੋਕ ਸਭਾ ਇਜ਼ ਚੂਜ਼ਨ ਬਾਈ, ਤਾਂ ਲੋਕ ਸਭਾ ਦਾ ਸਪੀਕਰ ਜੋ ਹੁੰਦਾ ਹੈ ਦੀ ਚੋਣ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ? ਆਲ ਮੈਂਬਰਸ ਆਫ ਪਾਰਲੀਮੈਂਟ, ਜਿੰਨੇ ਵੀ ਪਾਰਲੀਮੈਂਟ ਮੈਂਬਰ ਹੁੰਦੇ ਨੇ ਉਹਨਾਂ ਦੁਆਰਾ, ਜਾਂ ਫਿਰ ਪਬਲਿਕ ਡਾਇਰੈਕਟਲੀ, ਜਾਂ ਫਿਰ ਪਬਲਿਕ ਡਾਇਰੈਕਟ ਚੁਣਦੀ ਹੈ, ਠੀਕ ਹੈ, ਲੋਕ ਚੁਣਦੇ ਨੇ, ਜਾਂ ਫਿਰ ਆਲ ਮੈਂਬਰਸ ਆਫ ਲੋਕ ਸਭਾ, ਜਾਂ ਫਿਰ ਜਿਹੜੇ ਲੋਕ ਸਭਾ ਦੇ ਮੈਂਬਰ ਹੁੰਦੇ ਨੇ ਉਹ ਆਪਦੇ ਵਿੱਚੋਂ ਚੁਣਦੇ ਨੇ, ਜਾਂ ਫਿਰ ਨੰਬਰ ਆਫ ਦੀ ਪਾਰਟੀਜ਼ ਇਨ ਮੈਜੋਰਿਟੀ, ਤਾਂ ਜਾਂ ਫਿਰ ਜਿਹੜੇ ਨੰਬਰ ਆਫ ਪਾਰਟੀ ਮੈਜੋਰਿਟੀ ਜ਼ਿਆਦਾ ਹੋਊਗੀ ਉਹ ਚੁਣਦੇ ਨੇ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦੇ ਜੀ, ਉਹ ਬਣ ਜਾਂਦਾ ਆਪਣੇ ਕੋਲੇ ਆਪਸ਼ਨ ਨੰਬਰ ਸੀ, ਆਲ ਮੈਂਬਰਸ ਆਫ ਲੋਕ ਸਭਾ, ਕਿਉਂਕਿ ਜਿਹੜਾ ਲੋਕ ਸਭਾ ਦਾ ਸਪੀਕਰ ਹੁੰਦਾ ਹੈ ਉਹਨੂੰ ਲੋਕ ਸਭਾ ਦੇ ਸਪੀਕਰ ਨੂੰ ਜਿਹੜੇ ਉਹਦੇ ਲੋਕ ਸਭਾ ਦੇ ਮੈਂਬਰ ਹੁੰਦੇ ਨੇ ਸਾਰੇ ਆਪਣੇ ਵਿੱਚੋਂ ਕਿਸੇ ਇੱਕ ਨੂੰ ਚੁਣਦੇ ਹਨ। ਤਾਂ ਜੀ ਕੀ ਹੁੰਦਾ ਹੈ, ਲੋਕ ਸਭਾ ਦਾ ਸਪੀਕਰ ਚੂਜ਼ਨ ਹੁੰਦਾ ਹੈ। ਤਾਂ ਕਿਹਨਾਂ ਦੁਆਰਾ ਚੁਣਿਆ ਜਾਂਦਾ ਹੈ? ਲੋਕ ਸਭਾ ਦੇ ਮੈਂਬਰਾਂ ਦੁਆਰਾ ਚੁਣਿਆ ਜਾਂਦਾ ਹੈ, ਆਪਣੇ ਵਿੱਚੋਂ ਹੀ ਕਿਸੇ ਇੱਕ ਨੂੰ। ਤਾਂ ਅਗਰ ਤੁਸੀਂ ਚੈਨਲ ਤੇ ਅਜੇ ਤੱਕ ਕੀ ਸਬਸਕ੍ਰਾइब नहीं किया तो चैनल ਨੂੰ कर लेना सब्सक्राइब और वीडियो ਨੂੰ कर देना अगे शेयर और बैल आइकन वाली कंटिन्यू जरूर दबा लेना ताकि आती जाती हुई वीडियोज़ की नोटिफिकेशन जो है ਤੁਹਾਡੇ तक पहुँचती रहे।